ਦੋਸਤੋ ਇੱਕ ਗਵਰਨਮੈਂਟ ਦਾ ਨਵਾਂ ਫੈਸਲਾ ਆਇਆ ਸਾਹਮਣੇ। ਫੈਸਲਾ ਹੈ ਵੀ ਕਿ ਬਿਜਲੀ ਦੀਆਂ ਕੀਮਤਾਂ ਦੇ ਵਿੱਚ 7 ਰੁਪਏ 12 ਪੈਸੇ ਪਰ ਯੂਨਿਟ ਇਜ਼ਾਫਾ ਕਰ ਦਿੱਤਾ ਗਿਆ। ਅੱਛਾ, ਹੁਣ ਤਾਂ ਇਹ ਖਬਰ ਜਿਹੜੀ ਹੈ ਨਾ ਕੋਈ ਖਬਰ ਨਹੀਂ ਰਹੇਗੀ, ਕਿਉਂਕਿ ਮਹੀਨੇ ਦੇ ਵਿੱਚ ਇੱਕ ਵਾਰ ਨਹੀਂ 2-3 ਵਾਰ ਬਿਜਲੀ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ ਔਰ ਕੋਈ ਜਵਾਬ ਇਹਦਾ ਹੁੰਦਾ ਨਹੀਂ, ਜਵਾਬ ਦੱਸਿਆ ਨਹੀਂ ਜਾਂਦਾ, ਕਿਉਂਕਿ ਹਕੂਮਤਾਂ ਜਿਹੜੀਆਂ ਨੇ ਉਹ ਲੋਕਾਂ ਦੇ ਅੱਗੇ ਜਵਾਬਦੇਹ ਤਾਂ ਹੈ ਨਹੀਂ। ਇਹ ਜਮਹੂਰੀਅਤ ਜਿਹਨੂੰ ਕਿਹਾ ਜਾਂਦਾ ਹੈ, ਉਹ ਨਿਜ਼ਾਮ ਕਿਹਾ ਜਾਂਦਾ ਕਿ ਲੋਕਾਂ ਦੇ ਅੱਗੇ ਜਵਾਬਦੇਹ ਹੋਵੇ ਹਕੂਮਤ, ਲੇਕਿਨ ਸਾਡੇ ਹਾਂ ਇਸ ਤਰ੍ਹਾਂ ਨਹੀਂ ਹੈਗਾ। ਇਹ ਹਕੂਮਤਾਂ ਜਵਾਬਦੇਹ ਕਿਹਨੂੰ ਨੇ ਔਰ ਇਹਦੇ ਅਸਰਾਤ ਇਸ ਤਰ੍ਹਾਂ ਦੀ ਪਾਲਿਸੀਆਂ ਦੇ ਕੀ ਹੋ ਰਹੇ ਨੇ, ਇਹਦੇ ਉੱਤੇ ਅਸੀਂ ਜ਼ਰਾ ਗੱਲ ਕਰਾਂਗੇ। ਅਤੇ ਇਹ ਚੂੰਕਿ ਹਰ ਘਰ ਦਾ ਮਸਲਾ ਹੈ ਅਤੇ ਇਹਦੇ ਉੱਤੇ ਗੱਲ ਕਰਨਾ ਜ਼ਰੂਰੀ ਹੈ ਔਰ ਗਵਰਨਮੈਂਟ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹਦੇ ਅਸਰਾਤ ਉਹਦੇ ਉੱਤੇ ਕੀ ਪੈਣਗੇ। ਉਹ ਅਗਰਚੇ ਲੋਕਾਂ ਦੇ ਅੱਗੇ ਆਪਣੇ ਆਪ ਨੂੰ ਜ਼ਿੰਮੇਦਾਰ ਨਹੀਂ ਸਮਝਦੀ, ਪਰ ਉਹ ਸਮਝਦੀ ਹੈ ਕਿ ਇਕਤਦਾਰ ਜਿਹੜਾ ਹੈ ਉਹ ਕਿਸੇ ਹੋਰ ਰਾਹੀਂ ਆਇਆ ਹੋਵੇ ਅਤੇ ਕਿਸੇ ਹੋਰ ਰਾਹੀਂ ਅੱਗੇ ਵੀ ਮਿਲੇਗਾ ਉਹਨਾਂ ਨੂੰ, ਅਤੇ ਲੋਕਾਂ ਦੀ ਕੋਈ ਅਹਿਮੀਅਤ ਹੀ ਨਹੀਂ ਹੈਗੀ। ਇਸ ਵਾਸਤੇ ਲੋਕ ਜੇ ਉਹਦੇ ਫੈਸਲਿਆਂ ਨਾਲ ਤਲੇ ਜਾਂਦੇ ਨੇ, ਕਿਤੇ ਮਰਦੇ ਨੇ, ਅਤੇ ਉਹਨੂੰ ਕੋਈ ਹਰਜ ਨਹੀਂ। ਇਸ ਫੈਸਲੇ ਤੋਂ ਬਾਅਦ ਬਿਜਲੀ ਦੇ ਵਿੱਚ ਕੀਮਤਾਂ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ, ਬਿਜਲੀ ਦਾ ਪਰ ਯੂਨਿਟ ਜਿਹੜਾ ਹੈ ਉਹ 48 ਰੁਪਏ ਅਤੇ 84 ਪੈਸੇ ਦਾ ਹੋ ਗਿਆ। ਅਤੇ 48 ਰੁਪਏ 84 ਪੈਸੇ ਦਾ ਮਤਲਬ ਹੈ ਕਿ ਜਿਹੜਾ ਘਰ 200 ਯੂਨਿਟ ਬਾਲੇਗਾ ਉਹਨੂੰ 9,000 ਦੇ ਲਗਭਗ ਦਾ ਬਿੱਲ ਆ ਗਿਆ। ਅਤੇ ਫਿਰ ਉਹਦੇ ਉੱਤੇ ਟੈਕਸ ਜਿਹੜੇ ਨੇ ਮੁਖਤਲਿਫ ਤਰ੍ਹਾਂ ਦੇ ਟੈਕਸ ਪਾਏ ਜਾਣਗੇ। ਇਹ ਸਮਝੋ ਤੁਸੀਂ ਕਿ ਬਿਜਲੀ ਦੇ ਸਾਰਫੀਨ ਨੂੰ ਮੁਕਾਉਣ ਦਾ ਇੱਕ ਮਨਸੂਬਾ ਹੈ। ਦੂਸਰੇ ਪਾਸੇ ਇਹ ਵੀ ਵੇਖਿਆ ਜਾਂਦਾ ਕਿ ਜੇ ਕੋਈ ਬੰਦਾ ਬਿਜਲੀ ਦੇ ਇਸ ਚੱਕਰ 'ਚੋਂ ਨਿਕਲਣ ਵਾਸਤੇ ਕੋਈ ਸੋਲਰ ਪ੍ਰੋਜੈਕਟ ਨਾਲ ਆਪਣਾ ਘਰ ਦੇ ਵਿੱਚ ਲਾਉਣਾ ਚਾਹੁੰਦਾ ਯੂਨਿਟ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ, ਤਾਂ ਉਹਦੇ ਵਾਸਤੇ ਹਕੂਮਤ ਦਿਨ ਬ ਦਿਨ ਹਾਲਾਤ ਮੁਸ਼ਕਿਲ ਕਰਨ ਡਈ। ਯਾਨੀ ਅਸੀਂ ਇੱਕ ਐਸੇ ਬੱਕਰੇ ਬਣ ਗਏ ਹਾਂ ਕਿ ਜਿਹੜੇ ਆਪਣੀ ਗਰਦਨ ਬਚਾਉਣ ਵਾਸਤੇ ਕਿਸੇ ਹੋਰ ਪਾਸੇ ਜਾ ਵੀ ਨਹੀਂ ਸਕਦੇ। ਗਵਰਨਮੈਂਟ ਕਹਿੰਦੀ ਸਾਡੇ ਕੋਲੋਂ ਹੀ ਤੁਸੀਂ ਜ਼ਿਬਾਉਣਾ ਹੈ, ਇਹ ਵਾਲੀ ਜਿਹੜੀ ਗੱਲ ਹੈ। ਅਤੇ ਇਹਦਾ ਫੌਰੀ ਨਤੀਜਾ ਇਹ ਨਿਕਲਿਆ ਵੇ, ਇਹ ਜਿਹੜਾ ਹੁਣ ਇਜ਼ਾਫਾ ਹੋਇਆ ਕਿ 200 ਫੈਕਟਰੀਆਂ ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ ਉਹ ਬੰਦ ਹੋ ਗਈਆਂ। 200 ਫੈਕਟਰੀਆਂ ਦੇ ਵਿੱਚ ਕੋਈ 2, 4, 500, 1000, 2000, 5000 ਮਜ਼ਦੂਰ ਕੰਮ ਤਾਂ ਕਰਦੇ ਹੀ ਹੋਣਗੇ ਨਾ। ਔਰ ਉੱਥੇ ਜਿਹੜੀ ਚੀਜ਼ ਬਣਦੀ ਹੋਣੀ ਹੈ, ਉਹ ਜਿਹੜੀ ਚੀਜ਼ ਅੱਗੇ ਜਾਂਦੀ ਹੋਣੀ ਹੈ, ਵੈਲਿਊ ਐਡੀਸ਼ਨ ਉਹਦੇ ਵਿੱਚ ਹੁੰਦਾ ਹੋਵੇਗਾ, ਮਾਰਕੀਟ ਕੋਈ ਲੋਕ ਉਹਨੂੰ ਕਰਦੇ ਹੋਣਗੇ, ਕੋਈ ਐਕਸਪੋਰਟ ਹੁੰਦੀ ਹੋਵੇਗੀ, ਉਹ ਵੀ ਸਾਰਾ ਰੁਕ ਗਿਆ ਅਮਲ। ਔਰ ਉਹਦੇ ਨਾਲ ਕਿੰਨੇ ਲੋਕਾਂ ਦਾ ਰੋਜ਼ਗਾਰ ਵਾਬਸਤਾ ਸੀ ਉਹ ਵੀ ਰੁਕ ਗਿਆ। ਮੈਨੂੰ ਗੱਲ ਯਾਦ ਆਉਂਦੀ ਹੈ, ਇੱਕ ਮਜ਼ਦੂਰ ਜਿਹਾ ਬੰਦਾ ਸੀ ਅਤੇ ਬਹੁਤ ਸਾਲ ਪਹਿਲੇ ਦੀ ਗੱਲ ਹੈ, ਅਤੇ ਜਦੋਂ IPPs ਦਾ ਇਹ ਮਨਸੂਬੇ ਲੱਗਣ ਡਏ ਸੀ ਉਦੋਂ ਉਹਨੇ ਮੈਨੂੰ ਗੱਲ ਕਹੀ ਸੀ। ਉਹਨੇ ਕਿਹਾ ਜੀ ਕਿ ਪਾਕਿਸਤਾਨ ਦੇ ਵਿੱਚ ਐਨਰਜੀ ਐਡੀ ਮਹਿੰਗੀ ਕਰ ਦਿੱਤੀ ਜਾਏਗੀ ਕਿ ਇੱਥੇ ਕੋਈ ਸ਼ੈ ਤਿਆਰ ਨਹੀਂ ਹੋ ਸਕੇਗੀ। ਅਸੀਂ ਕੰਜ਼ਿਊਮਰ ਮਾਰਕੀਟ ਬਣ ਜਾਵਾਂਗੇ, ਯਾਨੀ ਬਾਹਰ ਦੀਆਂ ਚੀਜ਼ਾਂ ਅਸੀਂ ਸਿਰਫ ਇਸਤੇਮਾਲ ਕਰਾਂਗੇ, ਆਪਣੀ ਕੋਈ ਸ਼ੈ ਅਸੀਂ ਪੈਦਾ ਨਹੀਂ ਕਰ ਸਕਾਂਗੇ। ਅਤੇ ਅੱਜ ਅਸੀਂ ਉਸੇ ਸਟੇਜ 'ਤੇ ਪਹੁੰਚ ਗਏ ਹਾਂ। ਛੋਟੀਆਂ ਛੋਟੀਆਂ ਸ਼ੈਵਾਂ ਬਾਹਰੋਂ ਅਸੀਂ ਮੰਗਵਾ ਰਹੇ ਹਾਂ। ਸਾਡੇ ਇੱਥੇ ਜਿਹੜੇ ਯੂਨਿਟ ਪੈਦਾਵਾਰੀ ਯੂਨਿਟ ਨੇ ਉਹ ਵੀ ਇੰਝ ਕਰਦੇ ਨੇ ਕਿ ਚਾਈਨਾ 'ਤੇ ਆਰਡਰ ਦਿੰਦੇ ਨੇ ਅਤੇ ਉੱਥੋਂ ਜਿਹੜੀ ਚੀਜ਼ ਆ ਜਾਂਦੀ ਉਹਨੂੰ ਰੀਪੈਕ ਕਰਦੇ ਨੇ ਪਾਕਿਸਤਾਨ ਦੇ ਵਿੱਚ ਅਤੇ ਫਿਰ ਇੱਥੇ ਮਾਰਕੀਟ ਕਰਦੇ ਨੇ, ਆਪ ਉਹ ਤਿਆਰ ਨਹੀਂ ਕਰਦੇ। ਜ਼ਰੂਰੀ ਦਵਾਈਆਂ ਇੰਝ ਹੀ ਆ ਰਹੀਆਂ ਨੇ, ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੰਝ ਆ ਰਹੀਆਂ ਨੇ, ਖਿਡੌਣੇ ਇੰਝ ਆ ਰਹੇ ਨੇ, ਪ੍ਰੋਡਕਟਸ ਜਿਹੜੀਆਂ ਅਸੀਂ ਪਹਿਲੇ ਆਪ ਪੈਦਾ ਕਰਨੇ ਸਨ ਪਲਾਸਟਿਕ ਵਗੈਰਾ ਦੀਆਂ, ਉਹ ਵੀ ਇੰਝ ਹੀ ਆ ਰਹੀਆਂ ਨੇ ਚਾਈਨਾ ਤੋਂ ਬਣ ਕੇ। ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਇੰਝ ਹੀ ਆ ਰਹੀਆਂ। ਜਿਹੜੀ ਇੰਡਸਟਰੀ ਸਾਡੇ ਹਾਂ ਬਣ ਸਕਦੀ ਸੀ, ਸਾਡੇ ਹਾਂ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਸੀ ਔਰ ਸਾਡੇ ਹੀ ਇੱਥੇ ਟੈਕਨੋਲੋਜੀ ਤਰੱਕੀ ਕਰ ਸਕਦੀ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੂਸਰੇ ਮੁਲਕਾਂ 'ਚ ਚਲੀਆਂ ਗਈਆਂ। ਉਹ ਅਸੀਂ ਚਾਈਨਾ ਦੇ ਕਲਾਇੰਟ ਬਣ ਗਏ ਹਾਂ, ਜਾਂ ਫਿਰ ਸਾਡੇ ਲੋਕ ਜਿਹੜੇ ਨੇ ਉਹ ਬੰਗਲਾਦੇਸ਼ ਚਲੇ ਗਏ ਨੇ, ਜਾਂ ਸਾਡੇ ਲੋਕ ਇੱਥੋਂ ਉੱਠ ਕੇ ਦੁਬਈ ਦੇ ਵਿੱਚ ਚਲੇ ਗਏ ਨੇ ਔਰ ਉੱਥੇ ਇੰਡਸਟਰੀ ਲਗਾ ਲਈ। ਅਸੀਂ ਇੱਥੇ ਕੀ ਕਰਾਂਗੇ? ਇਹ ਮਾਮੂਲੀ ਗੱਲ ਨਹੀਂ ਹੈਗੀ। ਇਹ 5, 7 ਸਾਲ 10 ਸਾਲ ਜੋ ਕੁਝ ਹੋਇਆ ਵੇ, ਇਹਦੇ ਇਫੈਕਟਸ ਨੂੰ ਕਦੀ ਕਿਸੇ ਨੇ ਤਜਜ਼ੀਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਗਲੇ 10 ਸਾਲ ਦੇ ਵਿੱਚ ਪਾਕਿਸਤਾਨ ਨਾਲ ਬਣੇਗਾ ਕੀ। ਇਹ ਬਿਜਲੀ ਜਿਸ ਤਰ੍ਹਾਂ ਵਧੀ ਜਾ ਰਹੀ ਔਰ ਅਸੀਂ ਇਹ ਬਾਹਰ ਦੇ ਕਰਜ਼ੇ ਦੇਣ ਵਾਸਤੇ ਬਿਜਲੀ ਦੇ ਸਾਰਫੀਨ ਦੇ ਕੋਲੋਂ ਜਿਹੜੇ ਪੈਸੇ ਖਿੱਚਣ ਡਏ ਹਾਂ, ਇਹਦਾ ਨਤੀਜਾ ਜਲਦ ਹੀ ਅਸੀਂ ਸਾਡੇ ਵੇਖਦੇ ਮੈਨੂੰ ਲੱਗਦਾ ਕਿ ਅਗਲੇ 2 ਸਾਲ 'ਚ ਅਸੀਂ ਵੇਖਾਂਗੇ ਕਿ ਬਿਜਲੀ ਦਾ ਇੱਕ ਯੂਨਿਟ ਜਿਹੜਾ ਹੈ ਉਹ 500-700 ਰੁਪਏ ਦਾ ਹੋ ਜਾਏਗਾ। ਅਤੇ ਐਡੀ ਮਹਿੰਗੀ ਬਿਜਲੀ ਘਰਾਂ ਦੇ ਵਿੱਚ ਲੋਕ ਵਰਤਣਗੇ, ਇੰਡਸਟਰੀ ਦੇ ਵਿੱਚ ਤਾਂ ਬਿਲਕੁਲ ਗੁੰਜਾਇਸ਼ ਨਹੀਂ ਨਾ ਰਹਿ ਜਾਏਗੀ ਕਿ ਇੰਡਸਟਰੀ ਵਾਲੇ ਕੀ ਇਹਦੇ ਨਾਲ ਕਰਨਗੇ, ਅਤੇ ਇੰਡਸਟਰੀ ਲਪੇਟੀ ਜਾਏਗੀ ਪਾਕਿਸਤਾਨ 'ਚੋਂ।
ਤੇ ਫਿਰ ਸਵਾਲ ਉੱਠੇਗਾ ਕਿ ਜਿਹੜੇ ਲੋਕ ਅੱਜ ਹਕੂਮਤ ਕਰਨ ਡਏ ਨੇ ਇਹਨਾਂ ਦੀ ਅਕਲ ਦਾਨਿਸ਼ ਕੀ ਸੀ। ਜਿਨ੍ਹਾਂ ਲੋਕਾਂ ਨੇ ਪਿਛਲੀ ਵਾਰ ਹਕੂਮਤ ਕੀਤੀ, ਜਿਹੜੇ ਉਸ ਤੋਂ ਪਿੱਛੇ ਹੁਕਮਰਾਨ ਸਨ, ਪਿਛਲੇ ਕੋਈ 25 ਸਾਲ ਦੀਆਂ ਹਕੂਮਤਾਂ, 30 ਸਾਲ ਦੀਆਂ ਹਕੂਮਤਾਂ ਮੈਂ ਸਮਝਦਾ ਮੈਂ ਬਰਾਬਰ ਮੁਜਰਮ ਨੇ। ਇਹਨਾਂ ਨੂੰ ਕਟਹਿਰੇ 'ਚ ਲਿਆਉਣਾ ਚਾਹੀਦਾ, ਪਰ ਲਿਆਵੇ ਕੌਣ? ਇੱਥੇ ਤਾਂ ਲੋਕਾਂ ਨੂੰ ਇਹਦੇ ਤੋਂ ਹੀ ਨਹੀਂ ਟਾਈਮ ਮਿਲ ਰਿਹਾ ਕਿ ਇੱਕ ਦੂਜੇ ਦੇ ਉੱਤੇ ਮੁਕੱਦਮੇ ਬਣਾਉਣ ਤੇ, ਇੱਕ ਦੂਜੇ ਦੇ ਬੰਦੇ ਫੜਨ ਤੇ ਉਹ ਮੁਲਕ ਵਾਸਤੇ ਕੀ ਕਰਨਗੇ। ਸੋ ਸਾਡੀ ਜਿਹੜੀ ਕਮ ਫਹਿਮ ਜਿਹੜੀ ਲੀਡਰਸ਼ਿਪ ਹੈ, ਉਹਨੇ ਇਸ ਮੁਲਕ ਨੂੰ ਐਸੀ ਦਲਦਲ 'ਚ ਸੱਟ ਦਿੱਤਾ ਹੈ ਕਿ ਨਾ ਅਸੀਂ ਜੀਣ ਜੋਗੇ ਰਹਿ ਗਏ, ਨਾ ਮਰਨ ਜੋਗੇ ਰਹਿ ਗਏ। ਤੇ ਇਹ ਵਾਲੇ ਬਿਜਲੀ ਕਿਹਾ ਜਾਂਦਾ ਹੈ ਕਿ ਜਨਾਬ ਇੱਥੇ ਇਹ ਖਾਨਦਾਨ ਜਿਹੜਾ ਇਕਤਦਾਰ 'ਚ ਆਏਗਾ ਇਹ ਤਾਜਰ ਦੋਸਤ ਹੈ ਜੀ, ਇਹ ਇੰਡਸਟਰੀਅਲਿਸਟ ਦੋਸਤ ਹੈ ਜੀ, ਇਹ ਜ਼ਮੀਂਦਾਰਾਂ ਦਾ ਦੋਸਤ ਖਾਨਦਾਨ, ਜਗੀਰਦਾਰ ਦੋਸਤ। ਮੈਂ ਸਮਝਦਾ ਹਾਂ ਕਿ ਇਹ ਨਾ ਜ਼ਮੀਂਦਾਰਾਂ ਦੇ ਦੋਸਤ ਨੇ, ਨਾ ਇਹ ਸਨਅਤਕਾਰਾਂ ਦੇ ਦੋਸਤ, ਤਾਜਰਾਂ ਦੇ ਦੋਸਤ ਨੇ, ਤੇ ਨਾ ਆਵਾਮ ਦੋਸਤ ਤਾਂ ਹੈ ਹੀ ਨਹੀਂ। ਤੇ ਇਹ ਸਿਰਫ ਮੁਫਾਦ ਦੇ ਦੋਸਤ ਨੇ। ਇਸੇ ਵਾਸਤੇ ਹੀ ਇਹ ਬਿਜਲੀ ਮੁਸਲਸਲ ਮਹਿੰਗੀ ਕੀਤੀ ਜਾ ਰਹੀ ਹੈ, ਔਰ ਮਹਿੰਗੀ ਬਿਜਲੀ ਦੇ ਨਾਲ ਸਸਤੀ ਬਿਜਲੀ ਪੈਦਾ ਕਰਨ ਦੇ ਨਵੇਂ ਪ੍ਰੋਜੈਕਟ ਵੀ ਨਹੀਂ ਲਾਏ ਜਾ ਰਹੇ। ਇੱਕ ਤਾਜ਼ਾ ਰਿਪੋਰਟ ਆਈ ਕਿ ਜਿਹੜਾ ਨੀਲਮ ਜਲਮ ਪ੍ਰੋਜੈਕਟ ਹੈ, ਉਹਦੇ ਵਿੱਚ ਜਨਾਬ ਜੋ ਕੁਝ ਦੱਸਿਆ ਗਿਆ, ਉਹ ਪ੍ਰੋਜੈਕਟ ਦੀ ਜੋ ਪਲੈਨਿੰਗ ਸੀ ਉਹਦੇ ਵਿੱਚ ਐਸੀਆਂ ਖਾਮੀਆਂ ਪੈਦਾ ਹੋ ਗਈਆਂ ਕਿ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ। ਅਰਬਾਂ ਡਾਲਰ ਉਹਦੇ 'ਤੇ ਲੱਗੇ ਨੇ ਉਸ ਪ੍ਰੋਜੈਕਟ ਦੇ ਵਿੱਚ, ਔਰ ਹੁਣ ਉਹ ਟੈਕਨੀਕਲ ਖਾਮੀ ਦੀ ਵਜ੍ਹਾ ਨਾਲ ਉਹ ਬੰਦ ਪਿਆ ਪ੍ਰੋਜੈਕਟ। ਇੰਝ ਹੀ ਪਹਿਲੇ ਨੰਦੀਪੁਰ ਪ੍ਰੋਜੈਕਟ ਦਾ ਹੋਇਆ ਸੀ ਕਿ ਪੀਪਲਜ਼ ਪਾਰਟੀ ਦੀ ਗਵਰਨਮੈਂਟ ਨੇ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੂੰ ਲੱਗਾ ਕਿ ਇਹ ਪ੍ਰੋਜੈਕਟ ਠੀਕ ਨਹੀਂ ਹੈਗਾ, ਉਹਨਾਂ ਬੰਦ ਕਰਤਾ। ਮੁਸਲਿਮ ਲੀਗ ਦੀ ਗਵਰਨਮੈਂਟ ਆਈ ਤੇ ਇਹਨਾਂ ਨੇ ਕਿਹਾ ਲਓ ਜੀ ਇਹ ਤਾਂ ਇਹਨਾਂ ਨੇ ਦੁਸ਼ਮਣੀ ਕੀਤੀ ਸੀ, ਬੜੀਆਂ ਕਹਾਣੀਆਂ ਅਖਬਾਰਾਂ ਨੂੰ ਸਾਨੂੰ ਦੱਸੀਆਂ ਗਈਆਂ, ਔਰ ਫਿਰ ਉਹ ਪ੍ਰੋਜੈਕਟ ਜਿਹੜਾ ਸੀ ਜ਼ਿੱਦ ਦੇ ਨਾਲ ਕਿ ਵੇਖੋ ਉਹਨਾਂ ਨੇ ਨਹੀਂ ਸ਼ੁਰੂ ਕੀਤਾ, ਅਸੀਂ ਕਰਨੇ, ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ। ਔਰ ਉਸ ਤੋਂ ਬਾਅਦ ਉਸ ਪ੍ਰੋਜੈਕਟ ਦੇ ਵਿੱਚ ਕਿੰਨੇ ਸਕੈਂਡਲ ਨਿਕਲੇ, ਕਿੰਨੇ ਲੋਕ ਉਹਦੇ 'ਚ ਮੁਲਵਸ ਹੋਏ, ਔਰ ਉਹ ਪ੍ਰੋਜੈਕਟ ਬੰਦ ਪਿਆ। ਉਹਦੇ ਉੱਤੇ ਵੀ ਅਰਬਾਂ ਡਾਲਰ ਲੱਗੇ। ਸੋ ਅਸੀਂ ਬਾਹਰੋਂ ਕਰਜ਼ੇ ਲੈ ਕੇ ਐਸੀ ਇਲ ਪਲਾਨ ਪ੍ਰੋਜੈਕਟਸ ਉੱਤੇ ਲਗਾਉਣੇ ਆ ਜਿੰਦਾ ਫਾਇਦਾ ਹੋਣ ਦੀ ਬਜਾਏ ਸਾਨੂੰ ਮਜ਼ੀਦ ਨੁਕਸਾਨ ਹੁੰਦਾ। ਫਿਰ ਉਹ ਕਰਜ਼ ਸਾਡੇ ਉੱਤੇ ਚੜ੍ਹਦਾ ਅਤੇ ਅਸੀਂ ਉਹਨਾਂ ਲੋਕਾਂ ਦੀ ਧੌਣਾ ਨੱਪ ਲੈਂਦੇ ਹਾਂ ਜਿਹੜੇ ਬਿਜਲੀ ਇਸਤੇਮਾਲ ਕਰਨ ਡਏ। ਸਾਡੀ ਇੰਡਸਟਰੀ ਖਤਮ ਹੋ ਗਈ ਹੈ। ਸਾਡੇ ਹਾਂ ਛੋਟੇ ਛੋਟੇ ਯੂਨਿਟ ਜਿਹੜੇ ਘਰਾਂ ਦੇ ਵਿੱਚ ਕੰਮ ਕਰਨ ਡਏ ਸੀ ਉਹ ਬੰਦ ਹੋ ਰਹੇ ਨੇ। ਸਾਡੇ ਹਾਂ ਕੋਈ ਐਸਾ ਕੰਮ ਨਹੀਂ ਰਹਿ ਗਿਆ। ਅਸੀਂ ਆਪਣੀ ਜਿਹੜੇ ਖਾਮ ਮਾਲ ਦੇ ਨਾਲ ਚੀਜ਼ਾਂ ਤਿਆਰ ਕਰਨੇ ਸੀ ਨਾ, ਕਪਾਹ ਸਾਡੇ ਕੋਲ ਇੱਥੇ ਹੈਗੀ ਸੀ, ਅਸੀਂ ਆਪਣੇ ਟੈਕਸਟਾਈਲ ਦੇ ਛੋਟੇ ਯੂਨਿਟ ਸਨ, ਲੋਕਾਂ ਦੇ ਘਰਾਂ ਦੇ ਵਿੱਚ ਲੱਗੀਆਂ ਸੀ ਲੂਮਾਂ ਵਗੈਰਾ, ਉਹ ਕੰਮ ਬੰਦ ਹੁੰਦਾ ਜਾ ਰਿਹਾ। ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੇ ਕੁਝ ਹੋਰ ਜ਼ਰਈ ਚੀਜ਼ਾਂ ਸਨ, ਅਸੀਂ ਉਹਦੇ ਨਾਲ ਅੱਗੇ ਕੋਈ ਪ੍ਰੋਡਕਟ ਤਿਆਰ ਕਰ ਲੈਣਾ ਸੀ, ਉਹ ਵੀ ਖਤਮ ਹੁੰਦਾ ਜਾ ਰਿਹਾ। ਅਤੇ ਇਹਦਾ ਨੁਕਸਾਨ ਤਾਂ ਹੋ ਰਿਹਾ ਵੇ ਮੁਲਕ ਨੂੰ, ਪਰ ਅਫਸੋਸ ਦੀ ਗੱਲ ਇਹ ਵੇ ਕਿ ਇਸ ਨੁਕਸਾਨ ਨੂੰ ਦੂਰ ਕਰਨ ਵਾਲੇ ਲੋਕ ਸਾਨੂੰ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੇ। ਪਾਕਿਸਤਾਨ ਕਿੱਧਰ ਜਾਏਗਾ, ਮਾਯੂਸੀ ਦੀ ਸੂਰਤ ਹਾਲ ਜ਼ਰੂਰ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਇੱਕ ਇੰਤਹਾ ਵੱਲ ਜਾ ਰਿਹਾ। ਔਰ ਮੈਂ ਉਹ ਗੱਲ ਕਹਿਣਾ ਨਹੀਂ ਚਾਹੁੰਦਾ ਕਿ ਕਿਹੜੀ ਇੰਤਹਾ ਵੱਲ ਜਾ ਰਿਹਾ, ਅਤੇ ਉਮੀਦ ਕਰਨੇ ਆ ਕਿ ਇਹ ਹੁਕੂਮਤ ਜਿਹੜੀ ਇਹ ਵੀ ਕੁਝ ਸੋਚੇਗੀ, ਜਿਹੜੇ ਫੈਸਲਾ ਕਰਨ ਵਾਲੇ ਨੇ ਉਹ ਵੀ ਸੋਚਣਗੇ ਕਿ ਮੁਲਕ ਨੂੰ ਬਰਬਾਦ ਨਾ ਹੋਣ ਦੇਈਏ। ਜਿੰਦੇ ਰਹੋ, ਵਸਦੇ ਰਹੋ।